ਹੁਣ ਛੇਤੀ ਨਾਲ ਯਿਸੂ ਵੱਲ ਆ। ਮਸੀਹ ਯਿਸੂ ਦੇ ਵਿੱਚ ਸਾਰੇ ਆਪਣੇ ਭੈਣਾਂ ਤੇ ਭਰਾਵਾਂ ਨੂੰ ਸਲਾਮ ਆਖਣਾ, ਪੰਜਾਬੀ ਟਾਕ ਸ਼ੋਅ ਦੇ ਵਿੱਚ ਵੈਲਕਮ ਕਰਨਾ। ਤੇ ਅੱਜ ਅਸੀਂ ਇੱਕ ਨਵਾਂ ਟਾਪਿਕ ਲੈ ਕੇ ਆਏ ਆ, ਨਵੀਂ ਗੱਲ ਲੈ ਕੇ ਆਏ ਆ, ਜਿਹੜੀ ਅੱਜ ਅਸੀਂ ਖੁਦਾ ਦੇ ਅਜ਼ੀਮ ਖਾਦਮ ਕੋਲੋਂ ਪੁੱਛਾਂਗੇ। ਸਾਡੇ ਘਰਾਣੇ ਨੇ, ਮਸੀਹੀ ਲੋਕ ਨੇ, ਇਹਨਾਂ ਦੇ ਘਰਾਂ ਦੇ ਵਿੱਚ ਕਿਉਂ ਪਰੇਸ਼ਾਨੀਆਂ ਤੇ ਕਿਉਂ ਗੁਰਬਤਾਂ ਨੇ। ਤੇ ਅੱਜ ਅਸੀਂ ਖੁਦਾ ਦੇ ਅਜ਼ੀਮ ਖਾਦਮ ਕੋਲੋਂ ਖੁਦਾ ਦੇ ਕਲਾਮ ਦੇ ਵਿੱਚੋਂ ਸਿੱਖਾਂਗੇ। ਸਲਾਮ ਜੀ ਪਾਸਟਰ ਜੀ, ਮਸੀਹ ਯਿਸੂ ਦੇ ਮਸੀਹ ਦੀ ਮੁਹੱਬਤ ਚ ਸ਼ਹਿਜ਼ਾਦ ਬੇ ਤੁਹਾਨੂੰ ਬਹੁਤ ਬਹੁਤ ਸਲਾਮ। ਕੀ ਹਾਲ ਹੈ? ਠੀਕ ਠਾਕ ਹੋ ਜੀ? ਖੁਦਾਵੰਦ ਦਾ ਸ਼ੁਕਰ ਹੈ, ਖੁਦਾਵੰਦ ਦਾ ਸ਼ੁਕਰ। ਖੁਦਾ ਦਾ ਸ਼ੁਕਰ ਜੀ। ਤੇ ਉਮੀਦ ਕਰਨਾ ਕਿ ਖੁਦਾਵੰਦ ਦੇ ਵਿੱਚ ਤੁਸੀਂ ਵੀ ਖੁਸ਼ਹਾਲ ਹੋ। ਬਿਲਕੁਲ ਜੀ, ਖੁਦਾਵੰਦ ਦੀ ਬੜੀ ਸ਼ੁਕਰਗੁਜ਼ਾਰੀ ਕਰਨੀ ਆ। ਆਮੀਨ ਜੀ। ਤੇ ਤੁਸੀਂ ਅੱਜ ਸਾਡੇ ਭੈਣਾਂ ਭਰਾਵਾਂ ਨੂੰ ਦੱਸਣਾ ਹੈ ਕਿ ਕਿਉਂ ਪਰੇਸ਼ਾਨ ਨੇ ਤੇ ਕਿਉਂ ਜਿਹੜਾ ਇਹ ਵਕਤ ਜਾ ਰਿਹਾ ਹੈ। ਕਿਉਂਕਿ ਦੇਖੋ, ਖੁਦਾ ਦਾ ਕਲਾਮ ਸਾਨੂੰ ਕਹਿੰਦਾ ਹੈ ਕਿ ਅਗਰ ਸ਼ੇਰੇ ਬੱਬਰ ਦਾ ਬੱਚਾ ਭੁੱਖਾ ਤੇ ਹਾਜਤਮੰਦ ਹੁੰਦਾ ਹੈ, ਲੇਕਿਨ ਮੇਰਾ ਤਾਲਬ ਕਦੀ ਕਿਸੇ ਚੀਜ਼ ਦਾ ਵੀ ਜਿਹੜੀ ਕਿਸੇ ਚੀਜ਼ ਤੋਂ ਮਹਿਰੂਮ ਨਹੀਂ ਰਹੇਗਾ। ਤੇ ਫਿਰ ਕਿਉਂ ਟੈਨਸ਼ਨਾਂ ਤੇ ਕਿਉਂ ਪਰੇਸ਼ਾਨੀਆਂ ਨੇ? ਮਸੀਹ ਦੀ ਮੁਹੱਬਤ ਚ ਤਮਾਮ ਭੈਣਾਂ ਭਾਈਆਂ ਨੂੰ ਯਿਸੂ ਵਾਲਾ ਪੰਜਾਬੀ ਟਾਕ ਸ਼ੋਅ ਦੇ ਵਿੱਚ ਜੀ ਆਇਆਂ ਨੂੰ। ਔਰ ਸ਼ਹਿਜ਼ਾਦ ਭਾਈ, ਮੈਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੌਰਾਨੇ ਡਿਊਟੀ ਜਾਂ ਵੈਸੇ ਵੀ ਲੋਕਾਂ ਦੇ ਘਰਾਂ ਦੇ ਵਿੱਚ ਅਗਰ ਕਦੀ ਗਏ ਹੋ ਤੇ ਤੁਸੀਂ ਇਹ ਲੋਕਾਂ ਦੇ ਹਾਲਾਤ ਵੇਖ ਕੇ ਗੱਲ ਕੀਤੀ ਹੈ। ਜੀ ਬਿਲਕੁਲ ਇਸ ਤਰ੍ਹਾਂ ਹੀ ਹੈ। ਠੀਕ ਹੋ ਗਿਆ। ਬੇਸ਼ੱਕ ਨਫਸਾ ਨਫਸੀ ਦਾ ਆਲਮ ਜੇ ਹਰ ਪਾਸੇ, ਮੈਂ ਅਗਰ ਤੁਹਾਨੂੰ ਕਹਾਂ ਤੇ ਮੈਂ ਵੀ ਬਹੁਤ ਸਾਰੇ ਲੋਕਾਂ ਨੂੰ ਵੇਖਿਆ ਵੇ ਕਿ ਲੋਕੀ ਪਰੇਸ਼ਾਨ ਨੇ, ਮਾਯੂਸ ਨੇ, ਔਰ ਇਸ ਤਰ੍ਹਾਂ ਦੀ ਲੋਕਾਂ ਦੀ ਹਾਲਤ ਹੈ ਕਿ ਉਹ ਇੱਕ ਜਗ੍ਹਾ ਤੇ ਜਾਮ ਹੋ ਕੇ ਰਹਿ ਗਏ ਨੇ। ਲੇਕਿਨ ਸਭ ਤੋਂ ਪਹਿਲੇ ਨੰਬਰ ਤੇ ਸ਼ਹਿਜ਼ਾਦ ਭਾਈ, ਮੈਂ ਇਸ ਸਵਾਲ ਦੇ ਹਵਾਲੇ ਨਾਲ ਗੱਲ ਕਰਾਂਗਾ ਕਿ ਇਸ ਤਰ੍ਹਾਂ ਇਸ ਵਾਸਤੇ ਵੇ ਕਿਉਂਕਿ ਲੋਕੀ ਮਸੀਹੀ ਖਾਨਦਾਨ ਦੇ ਵਿੱਚ ਪੈਦਾ ਤੇ ਹੁੰਦੇ ਨੇ, ਲੇਕਿਨ ਕਈ ਲੋਕੀ ਐਂਦੇ ਵੀ ਨੇ ਕਿ ਜਿਹੜੇ ਮਸੀਹੀ ਖਾਨਦਾਨ 'ਚ ਪੈਦਾ ਤੇ ਹੋਏ ਨੇ, ਲੇਕਿਨ ਮਸੀਹ ਯਿਸੂ ਦੀ ਮੁਹੱਬਤ ਦਾ ਔਰ ਬਾਈਬਲ ਦੇ ਜ਼ਿੰਦਾ ਖੁਦਾ ਦੀ ਮੁਹੱਬਤ ਦਾ ਬਿਲਕੁਲ ਵੀ ਤਜਰਬਾ ਨਹੀਂ ਰੱਖਦੇ। ਜੀ ਇਸ ਤਰ੍ਹਾਂ ਹੀ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਜੀ ਮੈਂ ਬਸ ਵੀ ਇਹ ਆਖਾਂਗਾ ਕਿ ਦੇਖੋ, ਅਮਲ ਕਰਨਾ ਸਭ ਤੋਂ ਵੱਡੀ ਗੱਲ ਹੈ। ਸਾਡੇ ਲੋਕ ਬਾਈਬਲ ਪੜ੍ਹ ਲੈਂਦੇ ਨੇ, ਲੇਕਿਨ ਉਹ ਤੇ ਅਮਲ ਨਹੀਂ ਕਰਦੇ। ਬਿਲਕੁਲ ਅਮਲ ਜਿਹੜਾ ਨਾ ਉਹ ਸਾਡੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ। ਬਿਲਕੁਲ। ਔਰ ਪੌਲੁਸ ਰਸੂਲ ਦੀ ਮੈਨੂੰ ਗੱਲ ਵੀ ਯਾਦ ਆਉਂਦੀ ਕਿ ਦੇਖੋ, ਖੁਦਾ ਆਪਣੇ ਬੰਦਾ ਦੇ ਵਸੀਲੇ ਇਬਰਾਨੀਓ ਦੇ ਹੱਥ ਦੇ ਵਿੱਚ ਗੱਲ ਕਰ ਰਿਹਾ ਵੇ। ਇਬਰਾਨੀਓ ਦਾ ਮੁਸੰਨਫ ਇਬਰਾਨੀਓ 13 ਬਾਬ ਦੇ ਵਿੱਚ ਅਗਰ ਦੇਖਿਆ ਜਾਏ ਤੇ ਇਬਰਾਨੀਓ 13 ਬਾਬ ਉਹਦੀ 5 ਆयत ਦਾ हिस्सा अगर सी देखिए तो कलाम च लिखा है कि उसने खुद फरमाया कि मैं हरगिज तुझसे दस्तबरदार ना होऊंगा और कभी तुझे ना छोड़ूंगा। इस वास्ते हम दिलेरी के साथ कहते हैं कि खुदावंद मेरा मददगार है। यानी कि खुदा इब्रानियों के मुसन्नफ के वसीले समझाना चाहता है कि मैं कदे भी छड़िया नहीं है। तो शहजाद भाई, उत्थे जिहड़ा लफ्ज़ इस्तेमाल होया ना कि दस्तबरदार, दस्त दा मतलब है हाथ ते बरदार दा मतलब है चुकना। यानी कि खुदा अपने बंदा दे वसीले दसना चाह रहा है कि मैं तुहानू कदी भी अपने हाथ तो पीछे किते नहीं है। खुदा दसना चाह रहा है कि मेरा हाथ हमेशा तुहाडे उत्ते वे। और मैं यह भी तमाम भैणा भाई दसना चाहना वा कि हमेशा तुसी अपनी जिंदगी च गल याद रखियो। मैं तुहानू सारिआं नू समझाना चाहना वा, अक्सर औकात कई दफा कहते हो कि जी खुदा ने सानू छड़ दिता है, खुदा साडे तो मुंह मोड़ लिया वे। अक्सर शहजाद भी लोग कहते जे कि लो जी खुदा ने सानू छड़ दिता वे, लेकिन खुदा कह रहा है कि मैं कदी भी दस्तबरदार नहीं होवांगा। खुदा ते जनाब दस्तबरदार होंदे ही नहीं, खुदा ते अपना हाथ पीछे करदे नहीं। फिर अगले लाइन च लिखे है कि और कभी तुझे ना छोड़ो। खुदा कदी छड़ रहे ही नहीं है। पास्टर जी देखो, बेशक ਅਸੀਂ ਇਹ ਗੱਲ ਭੁੱਲੇ ਬੈਠੇ ਆ ਕਿ ਉਹ ਅੱਛਾ ਚਰਵਾਹਾ ਹੈ। ਅੱਛਾ ਚਰਵਾਹਾ अपनी भेडां वास्ते अपनी जान कुर्बान कर दिंदा है। बिल्कुल जबरदस्त। और देखो, पौलुस रसूल ए गल्लां करके ते नाल कहंदा है कि ए मन्नू दलेरी है ते मैं दलेरी नाल आखना पिया वां कि खुदावंद मेरा मददगार है जी। ते एही ते सब तो बड़ा जनाब रोला है कि हर बंदा ए दलेरी रखदा कोई नहीं है। क्यों
ਕਿਉਂਕਿ ਹਰ ਬੰਦਾ ਖੁਦਾ ਦੀ ਮੁਹੱਬਤ ਦਾ ਤਜਰਬਾ ਨਹੀਂ ਰੱਖਦਾ ਹੈ। ਤੇ ਜਿਸ ਦਿਹਾੜੇ ਖੁਦਾ ਦੀ ਮੁਹੱਬਤ ਦਾ ਤਜਰਬਾ ਕੋਈ ਵੀ ਜ਼ਿੰਦਗੀ ਰੱਖਣਾ ਸ਼ੁਰੂ ਕਰੇਗੀ ਤੇ ਉਹਦੇ ਅੰਦਰੋਂ ਖੌਫ ਖਤਮ ਹੋ ਜਾਏਗਾ, ਉਹਦੇ ਅੰਦਰੋਂ ਹਰ ਤਰ੍ਹਾਂ ਦੀ ਬੇਚੈਨੀ ਖਤਮ ਹੋ ਜਾਏਗੀ ਔਰ ਉਹਨੂੰ ਪਤਾ ਹੋਏਗਾ ਕਿ ਮੇਰਾ ਖੁਦਾ, ਮੇਰਾ ਮੁਹਾਫਿਜ਼, ਮੇਰਾ ਛਡਾਉਣ ਵਾਲਾ ਮੇਰੇ ਨਾਲ ਹੈ। और बेशक ये सब तो बड़ी तसल्ली है। आमीन जी, बिल्कुल ऐसा ही है, बिल्कुल ऐसा ही है। तसल्ली आसमान तो आती है, खुदा दी तरफ तो। बिल्कुल जी बिल्कुल, क्योंकि बाइबल में लिखा है सरफराजी ना ते मशरक तो है ना मगरब तो, बल्कि आसमान तो। जबरदस्त जी। और अजीजों में सादा तरीके से तुहानू समझाना चाहांगा, अक्सर शहजाद भाई किसी अगर घर बिजली का बिल अगर थोड़ा ज्यादा आ जाए ना ਤੇ ਲੋਕਾਂ ਦੀਆਂ ਜਨਾਬ ਅੱਖਾਂ ਵੱਡੀਆਂ ਹੋ ਜਾਂਦੀਆਂ ਨੇ ਜੀ। ਇਸ ਤਰ੍ਹਾਂ ਲੋਕੀ ਜਨਾਬ ਪਰੇਸ਼ਾਨ ਹੋ ਜਾਂਦੇ ਨੇ ਕਿ ਇਹ ਇੰਨਾ ਬਿੱਲ ਆ ਗਿਆ ਹੈ। ਲੇਕਿਨ ਅਗਰ ਇੱਕ ਲਮਹੇ ਸੇ ਸੋਚਿਆ ਜਾਏ ਤੇ ਗੁਜ਼ਰੇ ਵੇਲੇ 'ਚ ਵੀ ਤੇ ਜਨਾਬ ਬਿੱਲ ਲੈ ਹੀ ਗਿਆ ਸੀ ਨਾ। ਹਾਂਜੀ ਬਿਲਕੁਲ। ਤੇ ਅਗਰ ਗੁਜ਼ਰੇ ਵੇਲੇ ਬਿੱਲ ਲੈ ਸਕਦਾ ਹੈ ਤੇ ਉਹੀ ਖੁਦਾ ਹੁਣ ਹੀ ਬਿੱਲ ਤੁਹਾਡਾ ਲਾ ਦੇਵੇਗਾ, ਬਸ਼ਰਤੇ ਕਿ ਤੁਸੀਂ ਜਨਾਬ ਆਪਣੀ ਜ਼ਿੰਦਗੀਆਂ ਦੇ ਵਿੱਚ ਖੌਫ ਨੂੰ ਹੈਵੀ ਨਾ ਕਰੋ, ਖੌਫ ਨੂੰ ਤੁਸੀਂ ਜਗ੍ਹਾ ਨਾ ਦਿਵੋ, ਬਲਕਿ ਤੁਸੀਂ ਖੁਦਾ ਨੂੰ ਜਗ੍ਹਾ ਦਿਵੋ ਜਿਹੜਾ ਤੁਹਾਨੂੰ ਤਸੱਲੀ ਪਿਆ ਦਿੰਦਾ ਹੈ। ਔਰ ਮੈਂ ਇਹ ਤੁਹਾਨੂੰ ਦੱਸਣਾ ਚਾਹਨਾ ਵਾਂ ਕਿ ਇੱਕ ਬੜਾ ਮਸ਼ਹੂਰ ਜਨਾਬ ਮਿਸ਼ਨਰੀ ਗੁਜ਼ਰਿਆ ਜੀ ਦੁਨੀਆ ਤੇ, ਉਹਦਾ ਨਾਮ ਸੀ ਜੌਨ ਵੈਜ਼ਲੀ ਜੀ। ਤੇ ਉਹ ਜਨਾਬ ਬਹਿਰੀ ਜਹਾਜ਼ ਦੇ ਜ਼ਰੀਏ ਉਹਨੇ ਸਫ਼ਰ ਕੀਤਾ ਸੀ ਜੇ, ਤੇ ਉਹ ਜਿਸ ਬਹਿਰੀ ਜਹਾਜ਼ ਦੇ ਵਿੱਚ ਸਫ਼ਰ ਪਿਆ ਕਰਦਾ ਸੀ ਉੱਥੇ ਜਨਾਬ ਸਮੁੰਦਰੀ ਤੂਫਾਨ ਆ ਗਿਆ ਤੇ ਉਹ ਜਨਾਬ ਸਾਰੇ ਲੋਕੀ ਡਰੇ ਸਨ, ਉਹ ਮਿਸ਼ਨਰੀ ਵੀ ਜਨਾਬ ਡਰਿਆ ਸੀ। ਲੇਕਿਨ ਉੱਥੇ ਕੁਝ ਲੋਕੀ ਨੂੰ ਨਜ਼ਰ ਆਏ ਤੇ ਉਹ ਉਹਨਾਂ ਲੋਕਾਂ ਕੋਲ ਗਿਆ ਤੇ ਆਂਦਾ ਹੈ ਕਿ ਤੁਸੀਂ ਪਰੇਸ਼ਾਨ ਨਹੀਂ ਹੈ। ਐਵੇਂ ਬੜੇ ਕਹਿ ਲੋ ਕਿ ਤੁਹਾਨੂੰ ਬੜੇ ਮੁਖਤਸਰ ਕਰਕੇ ਗੱਲ ਪੈ ਦੱਸਣਾ ਵਾ। ਉਹਨਾਂ ਲੋਕਾਂ ਉਸ ਮਿਸ਼ਨਰੀ ਨੂੰ ਆਖਿਆ ਕਿ ਅਸੀਂ ਮਸੀਹੀ ਆ। ਉਹ ਕਹਿੰਦਾ ਮਸੀਹੀ ਤੇ ਮੈਂ ਵੀ ਆ, ਲੇਕਿਨ ਮੈਂ ਸਗੋਂ ਦੇ ਕਲਾਮ ਦੀ ਮੁਨਾਦੀਆ ਸੇ ਵੀ ਜਾ ਰਹੇ, ਲੇਕਿਨ ਤੁਸੀਂ ਕਹਿ ਲੋ ਕਿ ਪਰੇਸ਼ਾਨ ਨਹੀਂ ਹੈ, ਮਾਯੂਸ ਨਹੀਂ ਹੈ। ਉਹਨਾਂ ਆਖਿਆ ਸਾਡਾ ਖੁਦਾ ਤੇ ਭਰੋਸਾ ਹੈ ਕਿ ਜਹਾਜ਼ ਨਹੀਂ ਡੁੱਬੇਗਾ, ਕਿਉਂਕਿ ਸਾਡੇ ਖੁਦਾ ਨੇ ਗੁਜ਼ਰੇ ਘੜੀ ਵੇਲੇ 'ਚ ਵੀ ਸਾਨੂੰ ਹਮੇਸ਼ਾ ਬਚਾਇਆ ਹੈ। ਆਮੀਨ। ਤੇ ਸ਼ਹਜ਼ਾਦ ਭਾਈ ਉਹਨਾਂ ਚੰਦ ਇਮਾਨਦਾਰ ਲੋਕਾਂ ਦੀ ਬੁਨਿਆਦ ਤੇ ਉਹ ਜਹਾਜ਼ ਡੁੱਬਣ ਤੋਂ ਬਚ ਗਿਆ। ਹਾਲੇਲੂਇਆ। ਅੱਜ ਤੁਹਾਨੂੰ ਦੱਸਣਾ ਚਾਹਨਾ ਵਾਂ, ਜੇ ਪਰੇਸ਼ਾਨ ਰਹੋਗੇ ਤੇ ਤੁਸੀਂ ਡੁੱਬ ਜਾਓਗੇ। ਅੱਜ ਆਪਣੀ ਜ਼ਿੰਦਗੀਆਂ ਤੇ ਗੌਰ ਕਰੋ ਤੇ ਪਰੇਸ਼ਾਨ ਨਾ ਹੋਵੋ ਹੈ। ਫਿਰ ਉਸ ਸ਼ਖਸ ਨੇ ਘਰ ਆ ਕੇ ਕਾਮਯਾਬ ਬਿਸ਼ਾਰਤੀ ਦੌਰ ਵਿੱਚ ਜਦੋਂ ਵਾਪਸ ਆਇਆ ਨਾ, ਉਹਦੇ ਜ਼ਿਹਨ 'ਚ ਇਹੋ ਹੀ ਗੱਲ ਰਹਿੰਦੀ ਸੀ ਕਿ ਮੈਨੂੰ ਉਹਨਾਂ ਲੋਕਾਂ ਆਖਿਆ ਸੀ ਕਿ ਕਿਆ ਤੂੰ ਖੁਦਾ ਦੀ ਪਾਕਜ਼ਾਤ ਦਾ ਤਜਰਬਾ ਰੱਖਣਾ ਹੈ, ਤੇ ਉਹਦੇ ਕੋਲ ਤਾਂ ਜਵਾਬ ਨਹੀਂ ਸੀ। ਲੇਕਿਨ ਘਰ ਆ ਕੇ ਫਿਰ ਉਹਨੇ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲਿਆ ਤੇ ਦੁਆ ਬੜੀ ਕਰਦਾ ਸੀ। ਤੇ ਜਨਾਬ ਇੱਕ ਦਿਨ ਐਸਾ ਹੈ ਕਿ ਦੁਆ ਤਾਂ ਕਰੇ ਤੇ ਖੁਦਾ ਦੇ ਪਾਕ ਰੂਹ ਨੇ ਉਹਨੂੰ ਬਹੁਤ ਜ਼ਬਰਦਸਤ ਤਰੀਕੇ ਨਾਲ ਛੂ ਲਿਆ ਤੇ ਖੁਦਾ ਉਹਦੇ ਨਾਲ ਬੋਲਿਆ। ਔਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਨਾ ਵਾਂ ਕਿ ਜੌਨ ਵੈਜ਼ਲੀ ਜਿਹੜਾ ਮਿਸ਼ਨਰੀ ਸੀ, ਬੇਸ਼ੱਕ ਉਹ ਖੁਦਾ ਦਾ ਕੰਮ ਤੇ ਬੜੀ ਸਰਗਰਮੀ ਨਾਲ ਪਿਆ ਕਰਦਾ ਸੀ, ਲੇਕਿਨ ਕੈਸੀ ਗੱਲ ਜੀ ਕਿ ਖੁਦਾ ਦੀ ਜ਼ਾਤ ਦਾ ਤਜਰਬਾ ਉਸ ਵਕਤ ਉਹਨੇ ਵੀ ਨਹੀਂ ਸੀ ਰੱਖਿਆ। ਤੇ ਅੱਜ ਮੈਂ ਤੁਹਾਨੂੰ ਸਮਝਾਉਣਾ ਚਾਹਨਾ ਵਾਂ ਕਿ ਖੁਦਾ ਦੀ ਜ਼ਾਤ ਦਾ ਤਜਰਬਾ ਰੱਖੋ। ਅਗਰ ਚਾਹੁੰਦੇ ਹੋ ਕਿ ਤੁਹਾਨੂੰ ਵਾਕਈ ਖੁਦਾ ਦੀ ਮੁਹੱਬਤ ਦਾ ਤਜਰਬਾ ਹੋਵੇ, ਅਗਰ ਤੁਸੀਂ ਵਾਕਈ ਪਰੇਸ਼ਾਨੀਆਂ ਤੋਂ ਨਿਕਲੋ, ਤੇ ਇਬਰਾਨੀਓ 13 ਬਾਬ ਨੂੰ ਲਾਜ਼ਮੀ ਪੜ੍ਹਿਓ। ਅਜ਼ੀਜ਼ੋ, ਖੁਦਾ ਦਾ ਕਲਾਮ ਸਾਨੂੰ ਦੱਸਦਾ ਪਿਆ ਹੈ ਕਿ ਮੈਂ ਕਦੀ ਤੁਹਾਨੂੰ ਨਹੀਂ ਛੱਡਿਆ ਹੈ। ਔਰ ਕੈਸੀ ਗੱਲ ਜੇ ਕਿ ਪੌਲੁਸ ਰਸੂਲ ਕਹਿੰਦਾ ਹੈ ਕਿ ਖੁਦਾ ਮੇਰਾ ਮਦਦਗਾਰ ਹੈ, ਤੇ ਮਦਦ ਤੁਹਾਨੂੰ ਖੁਦਾ ਦੀ ਤਰਫੋਂ ਜੇ, ਤੇ ਜ਼ਿੰਦਗੀ ਦੇ ਵਿੱਚ ਖੁਦਾ ਦਾ ਤਜਰਬਾ ਲਾਜ਼ਮੀ ਰੱਖਿਓ। ਜੀ ਸ਼ਹਜ਼ਾਦ ਭਾਈ ਤੁਸੀਂ ਕੀ ਕਹਿਣਾ ਚਾਹੋਗੇ? ਜੀ ਮੈਂ ਬਸ ਜੀ ਇਹੀ ਆਖਾਂਗਾ ਕਿ ਦੇਖੋ ਦਾਨੀਅਲ ਹਰ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਹਰ ਰੋਜ਼ 3 ਦਫਾ ਖੁਦਾ ਦੀ ਹਜ਼ੂਰੀ 'ਚ ਝੁਕਦਾ ਸੀ, ਹਰ ਰੋਜ਼ 3 ਦਫਾ ਝੁਕਦਾ ਸੀ। ਤੇ ਖੁਦਾ ਨੇ ਬੇਸ਼ੱਕ ਉਹਦੇ ਢੇਰ ਸਾਰੇ ਉਹਦੇ ਖਿਲਾਫ ਉਸੇ ਏਰੀਏ ਦੇ ਵਿੱਚ ਢੇਰ ਸਾਰੇ ਉਹਦੇ ਖਿਲਾਫ ਸਨ, ਲੇਕਿਨ ਉਹਨੇ ਖੁਦਾ ਨੂੰ ਨਹੀਂ ਛੱਡਿਆ ਤੇ ਖੁਦਾ ਨੇ ਉਹਨੂੰ ਪਹਿਲੇ ਤੋਂ ਜ਼ਿਆਦਾ ਸਰਫਰਾਜ਼ ਕਰ ਦਿੱਤਾ। ਜ਼ਬਰਦਸਤ ਜੀ, ਬਿਲਕੁਲ ਕੋਈ ਸ਼ੱਕ ਨਹੀਂ ਹੈ। ਔਰ ਵਾਕਈ ਖੁਦਾ ਦੇ ਕਲਾਮ 'ਚ ਜਿੰਨੇ ਵੀ ਸੂਰਮਾ ਸੀ ਵੇਖ ਲਈਏ ਨਾ, ਖੁਦਾ ਦੇ ਲੋਕਾਂ ਨੂੰ ਵੇਖ ਲਈ ਜਿਹੜੇ ਹਿਦਮਤ ਗੁਜ਼ਾਰ ਨੇ, ਜਿੰਨੇ ਵੀ ਖੁਦਾ ਦੇ ਕਲਾਮ 'ਚ ਖੁਦਾ ਦੇ ਲੋਕਾਂ ਦਾ ਜ਼ਿਕਰ ਹੈ, ਉਹਨਾਂ ਨੇ ਬੇਸ਼ੱਕ ਖੁਦਾ ਦੀ ਹਿਦਮਤ ਬਹੁਤ ਜ਼ਿਆਦਾ ਕੀਤੀ ਹੈ। ਬੜੇ ਉਹਨਾਂ ਨੂੰ ਮੁਸ਼ਕਿਲ ਹਾਲਾਤ ਵੇਖਣੇ ਪਏ ਨੇ, ਲੇਕਿਨ ਖੁਦਾ ਦੇ ਨਾਲ ਰਾਬਤਾ ਉਹਨਾਂ ਨੇ ਬੜਾ ਜ਼ਬਰਦਸਤ ਰੱਖਿਆ ਹੈ। ਇਹੀ ਗੱਲ ਜੀ ਜਨਾਬ। ਲਿਹਾਜ਼ਾ ਮੇਰੇ ਕੋਲ ਤੁਹਾਡੇ ਵਾਸਤੇ ਇਹੀ ਹੱਲ ਸੀ। ਤੁਹਾਡੀਆਂ ਪਰੇਸ਼ਾਨੀਆਂ ਇਹ ਕਲਾਮ ਦੇ ਵਿੱਚ ਇਹਨਾਂ ਦਾ ਹੱਲ ਹੈ, ਔਰ ਖੁਦਾ ਤੁਹਾਡਾ ਮੁਹਾਫਿਜ਼ ਹੈ ਬਿਹਤਰੀਨ, ਔਰ ਉਹ ਤੁਹਾਡਾ ਮਦਦਗਾਰ ਹੈ। ਔਰ ਜ਼ਰੂਰ ਹੈ ਕਿ ਤੁਸੀਂ ਵੀ ਆਪਣੇ ਹਿੱਸੇ ਦਾ ਕੰਮ ਜ਼ਰੂਰ ਯਾਦ ਰੱਖੋ ਤਾਂ ਕਿ ਪਰੇਸ਼ਾਨੀਆਂ ਤੁਹਾਡੀਆਂ ਖਤਮ ਹੋ ਸਕਣ।
ਯਿਸੂ ਵਾਲਾ ਟਾਕ ਸ਼ੋ ਜਿਹੜਾ ਕਿ ਪੰਜਾਬੀ ਟਾਕ ਸ਼ੋ ਵੇ, ਇਹ ਤੁਹਾਡੇ ਵਾਸਤੇ ਅਸੀਂ ਟਾਈਮ ਦੇਣਾ ਸ਼ੁਰੂ ਕੀਤਾ ਵੇ। ਅਰਮਨ ਤੇ ਸ਼ਹਜ਼ਾਦ ਭਾਈ ਨੂੰ ਯਿਸੂ ਵਾਲਾ ਪੰਜਾਬੀ ਟਾਕ ਸ਼ੋ ਚੋਂ ਇਜਾਜ਼ਤ ਦਿਵੋ। ਅਸੀਂ ਜਲਦੀ ਇੱਕ ਨਵੀਂ ਗੱਲ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਗॉड ਬlesਸ ਯੂ ਆਲ। ਅਸੀਂ ਯਿਸੂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸਲਾਮ। ਹੁਣ ਛੇਤੀ ਨਾਲ ਯਿਸੂ ਵੱਲ ਆ